You are watching Punjabi Whiteboard channel. ਪੇਸ਼ ਹੈ ਪਿਆਰਾ ਸਿੰਘ ਦਾਤਾ ਦਾ ਲਿਖਿਆ ਲੇਖ ਗੱਪਬਾਜ਼। ਹੈਲੋ ਐਵਰੀਵਨ, ਸਤਿ ਸ੍ਰੀ ਅਕਾਲ ਜੀ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਲੇਖਕ ਪਿਆਰਾ ਸਿੰਘ ਦਾਤਾ ਦਾ ਲਿਖਿਆ ਹੋਇਆ ਲੇਖ ਗੱਪਬਾਜ਼। ਸਾਡੇ ਆਸ-ਪਾਸ ਇਸ ਤਰ੍ਹਾਂ ਦੇ ਬਹੁਤ ਲੋਕ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਗੱਪੀਆਂ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ। ਸੋ ਉਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ, ਉਹਨਾਂ ਦੇ ਕੁਝ ਕਾਰਨਾਮੇ ਇਸ ਲੇਖ ਦੇ ਵਿੱਚ ਲੇਖਕ ਨੇ ਸ਼ੇਅਰ ਕੀਤੇ ਹਨ। ਲੇਖ ਵੱਲ ਜਾਣ ਤੋਂ ਪਹਿਲਾਂ ਆਓ ਪਿਆਰਾ ਸਿੰਘ ਦਾਤਾ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪਿਆਰਾ ਸਿੰਘ ਦਾਤਾ ਦਾ ਜਨਮ 15 ਜੁਲਾਈ 1910 ਨੂੰ ਪਿੰਡ ਦਾਤਾ ਭੱਟ, ਜ਼ਿਲ੍ਹਾ ਰਾਵਲਪਿੰਡੀ, ਇਹ ਜਗ੍ਹਾ ਹੁਣ ਪਾਕਿਸਤਾਨ ਵਿੱਚ ਹੈ। ਇੱਥੇ ਪਿਤਾ ਰਾਮ ਸਿੰਘ ਦੇ ਘਰ ਤੇ ਮਾਤਾ ਆਤਮ ਕੌਰ ਦੀ ਕੁੱਖੋਂ ਹੋਇਆ ਸੀ। ਉਹਨਾਂ ਨੂੰ ਹਾਸ ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਜਿੱਥੇ ਉਹਨਾਂ ਦਾ ਵਿਅੰਗ ਕੁੱਤ-ਕੁਤਾੜੀਆਂ ਕੱਢਦਾ ਹੈ, ਢਿੱਡੀ ਪੀੜਾਂ ਪਾਉਂਦਾ ਹੈ, ਉੱਥੇ ਗੁਰਬਤ, ਵਗਾਰ, ਮਜਬੂਰੀ ਤੇ ਸਮਾਜ ਦੀ ਸੱਚੀ ਤਸਵੀਰ ਖਿੱਚ ਕੇ ਸਾਨੂੰ ਸੋਚਣ ਲਈ ਮਜਬੂਰ ਵੀ ਕਰਦਾ ਹੈ। ਉਹਨਾਂ ਦੀਆਂ ਰਚਨਾਵਾਂ ਹਨ ਹਾਸ ਵਿਅੰਗ, ਜੀਵਨੀਆਂ, ਇਤਿਹਾਸ, ਸਫ਼ਰਨਾਮਾ ਸਾਹਿਤ, ਅਨੁਵਾਦ ਅਤੇ ਬਾਲ ਸਾਹਿਤ। ਉਹਨਾਂ ਨੇ ਸਫਲਤਾ ਤੇ ਨਵਾਂ ਸਾਹਿਤ ਰਸਾਲਿਆਂ ਦੇ ਸੰਪਾਦਕ ਵਜੋਂ ਵੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਹਨਾਂ ਨੇ ਅਨੇਕ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ। ਗੱਪਬਾਜ਼ ਇਹ ਲੇਖ ਪਿਆਰਾ ਸਿੰਘ ਦਾਤਾ ਦਾ ਲਿਖਿਆ ਹੋਇਆ ਹੈ। ਆਓ ਇਹ ਲੇਖ ਵਿੱਚ ਲੇਖਕ ਕੀ ਕਹਿਣਾ ਚਾਹੁੰਦਾ ਹੈ ਉਹ ਦੇਖਦੇ ਹਾਂ। ਲੇਖਕ ਦੱਸਦਾ ਹੈ ਕਿ ਬਟੇਰਬਾਜ਼, ਮੁਰਗਬਾਜ਼, ਕਬੂਤਰਬਾਜ਼ ਤੇ ਪਤੰਗਬਾਜ਼ ਵਾਂਗ ਗੱਪਬਾਜ਼ ਵੀ ਸਾਡੇ ਸਮਾਜ ਵਿੱਚ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ। ਗੱਪਬਾਜ਼ ਹਰ ਘੜੀ ਸਾਡੇ ਅੱਗੇ ਪਿੱਛੇ ਮੰਡਲਾਉਂਦਾ ਰਹਿੰਦਾ ਹੈ। ਉਹ ਹਰ ਗਲੀ ਮੁਹੱਲੇ, ਪਿੰਡ, ਸ਼ਹਿਰ, ਮਸਜਿਦ, ਮੰਦਰ ਤੇ ਸਭਾ ਸੁਸਾਇਟੀਆਂ ਵਿੱਚ ਮੌਜੂਦ ਰਹਿੰਦਾ ਹੈ। ਅੱਜ 20ਵੀਂ ਸਦੀ ਵਿੱਚ ਤਾਂ ਕੋਈ ਬਸ਼ਰ ਇਹ ਵੀ ਨਹੀਂ ਕਹਿ ਸਕਦਾ ਕਿ ਗੱਪਬਾਜ਼ ਦੇ ਉਸ ਨੂੰ ਕਦੇ ਦਰਸ਼ਨ ਨਹੀਂ ਹੋਏ। ਗੱਪਬਾਜ਼ ਲਗਭਗ ਆਪ ਬੇਕਾਰ ਰਹਿੰਦਾ ਹੈ, ਪਰ ਗੱਲਾਂ ਉਹ ਤਕੜੇ ਕਾਰੋਬਾਰੀਆਂ ਤੇ ਸੇਠਾਂ ਵਾਲੀਆਂ ਕਰਦਾ ਹੈ। ਆਪ ਉਸ ਨੇ ਕਦੇ ਬਿੱਲੀ ਵੀ ਨਹੀਂ ਮਾਰੀ ਹੁੰਦੀ, ਪਰ ਉਹ ਆਪਣੇ ਆਪ ਨੂੰ ਸ਼ੇਰਾਂ ਦਾ ਸ਼ਿਕਾਰੀ ਦੱਸਦਾ ਹੈ। ਜ਼ਮੀਨ ਅਸਮਾਨ ਦੇ ਕਲਾਵੇ ਮਿਲਾਣ ਵਿੱਚ ਉਹ ਸ਼ੇਖ ਚਿੱਲੀ ਦਾ ਵੀ ਬਾਪ ਹੁੰਦਾ ਹੈ। ਗੱਲ ਵਿੱਚ ਉਹ ਬੜੀਆਂ ਵੱਡੀਆਂ ਹਸਤੀਆਂ ਦੇ ਹਵਾਲੇ ਦੇਵੇਗਾ। ਆਪਣੇ ਪਿੰਡੋਂ, ਸ਼ਹਿਰੋਂ ਜਾਂ ਦੇਸ਼ ਤੋਂ ਕਦੀ ਉਹ ਬਾਹਰ ਨਹੀਂ ਨਿਕਲਿਆ ਹੁੰਦਾ, ਪਰ ਗੱਲਾਂ ਬਾਤਾਂ ਵਿੱਚ ਉਹ ਜ਼ਿਕਰ ਜਰਮਨੀ, ਰੂਸ ਤੇ ਅਮਰੀਕਾ ਵਰਗੇ ਦੇਸ਼ਾਂ ਦਾ ਕਰੇਗਾ। ਮਿਲਿਆ ਕਦੀ ਉਹ ਆਪਣੇ ਦੇਸ਼ ਦੇ ਛੋਟੇ-ਮੋਟੇ ਲੀਡਰ ਨੂੰ ਵੀ ਨਹੀਂ ਹੁੰਦਾ, ਪਰ ਜ਼ਾਹਿਰ ਇਹ ਕਰੇਗਾ ਕਿ ਫਲਾਣੇ ਸਮੇਂ ਮੈਥੋਂ ਪ੍ਰਧਾਨ ਮੰਤਰੀ ਨੇ ਸਲਾਹ ਮੰਗੀ ਸੀ, ਮਸ਼ਵਰਾ ਮੰਗਿਆ ਸੀ। ਸਟਾਲਨ ਨੂੰ ਮਿਲਣ ਸਮੇਂ ਮੈਂ ਉਸ ਨੂੰ ਯੋਗਤਾ ਨਾਲ ਹਕੂਮਤ ਚਲਾਉਣ ਦੀਆਂ ਤਜਵੀਜ਼ਾਂ ਦੱਸੀਆਂ ਹਨ। ਰਾਸ਼ਟਰਪਤੀ ਨਾਲ ਚਾਹ ਪੀਣ ਸਮੇਂ ਮੈਂ ਉਹਨਾਂ ਨੂੰ ਉਪਨਿਸ਼ਦਾਂ ਬਾਰੇ ਵਾਕਫੀ ਦੱਸੀ ਤਾਂ ਉਹ ਝੂਮ ਉੱਠੇ। ਤਾਂ ਗੱਪਬਾਜ਼ ਹੈ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕਾਂ ਦਾ ਮਨੋਰੰਜਨ ਕਰਦਾ ਹੈ। ਲੇਖਕ ਨੂੰ ਪਹਿਲੀ ਵਾਰ ਗੱਪਬਾਜ਼ ਦੇ ਦਰਸ਼ਨ ਇੱਕ ਪਿੰਡ ਦੀ ਮਹਿਫਿਲ ਵਿੱਚ ਹੋਏ ਸਨ। ਪਿੰਡਾਂ ਵਿੱਚ ਆਮ ਕਰਕੇ ਖਾਣ ਪੀਣ ਤੋਂ ਵਿਹਲਿਆਂ ਹੋ ਕੇ ਲੋਕ ਬੋਹੜਾਂ ਦੀ ਛਾਵੇਂ ਆ ਬੈਠਦੇ ਹਨ। ਉੱਥੇ ਹੀ ਉਹ ਤਾਸ਼, ਚੌਪਟ, ਸ਼ਤਰੰਜ ਆਦਿ ਖੇਡਦੇ ਜਾਂ ਪਿੰਡ, ਸ਼ਹਿਰ, ਸੂਬੇ ਔਰ ਮੁਲਕ ਬਾਰੇ ਇੱਕ ਦੂਜੇ ਤੋਂ ਵਾਕਫੀ ਪ੍ਰਾਪਤ ਕਰਦੇ ਹਨ। ਗੱਪਬਾਜ਼ ਇਹਨਾਂ ਮਹਿਫਲਾਂ ਵਿੱਚ ਬੜੀ ਸ਼ਾਨ ਨਾਲ ਵਿਰਾਜਮਾਨ ਹੁੰਦਾ ਹੈ। ਵਿਚਾਰੇ ਅਨਪੜ੍ਹ ਪੇਂਡੂ ਕਿਸਾਨ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਹਨ। ਉਸ ਮਹਿਫਿਲ ਵਿੱਚ ਉਹ ਕਹਿ ਰਿਹਾ ਹੁੰਦਾ ਹੈ, ਪਿਛਲੇ ਸਾਲ ਮੈਂ ਸ਼ਿਮਲੇ ਘਣੇ ਜੰਗਲਾਂ ਵਿੱਚ ਇੱਕ ਪਹਾੜੀ ਦੀ ਚੋਟੀ 'ਤੇ ਬੈਠਾ ਸੀ ਕਿ ਇੱਕ ਪਾਸਿਓਂ ਮੈਨੂੰ ਜੰਗਲੀ ਜਾਨਵਰ ਦੇ ਗੁਰਰਾਉਣ ਦੀ ਆਵਾਜ਼ ਆਈ। ਮੈਂ ਆਪਣੀ ਲਾਠੀ ਸੰਭਾਲ ਕੇ ਚੇਤੰਨ ਹੋ ਕੇ ਖੜਾ ਹੋ ਗਿਆ। ਦੂਰ ਨੀਝ ਲਾ ਕੇ ਦੇਖਿਆ ਤਾਂ ਇੱਕ ਜੰਗਲੀ ਸ਼ੇਰ ਤੇ ਸ਼ੇਰਨੀ ਦਾ ਜੋੜਾ ਨਜ਼ਰ ਆਇਆ। ਉਹ ਆਪੋ ਵਿੱਚ ਪਹਿਲਾਂ ਪਾਉਂਦੇ, ਨੱਚਦੇ ਟੱਪਦੇ ਮੇਰੇ ਵੱਲ ਆ ਰਹੇ ਸਨ। ਸਰੀਰ ਉਹਨਾਂ ਦੇ ਇੰਨੇ ਮਜ਼ਬੂਤ ਤੇ ਕੱਦ ਦੇ ਇੰਨੇ ਉੱਚੇ ਕਿ ਦੂਰੋਂ ਉਹ ਹਾਥੀ ਨਜ਼ਰ ਆਉਂਦੇ ਸਨ। ਉਹ ਮੇਰੇ ਨੇੜੇ ਆ ਕੇ ਖੜੋ ਗਏ, ਪਰ ਮੈਂ ਬਿਲਕੁਲ ਨਾ ਡਰਿਆ। ਮੈਨੂੰ ਵੇਖਦਿਆਂ ਸਾਰ ਉਹਨਾਂ ਨੇ ਮੇਰੇ 'ਤੇ ਇੱਕ ਮਿਲਵਾਂ ਹੱਲਾ ਬੋਲਿਆ। ਮੈਂ ਇੱਕ ਵੱਡੇ ਸਾਰੇ ਦਰੱਖਤ ਦੇ ਪਿੱਛੇ ਪੋਜੀਸ਼ਨ ਲੈ ਲਈ
2 ਗਜ ਲੰਬੀ ਡਾਂਗ ਮੇਰੇ ਹੱਥ ਵਿੱਚ ਸੀ। ਜਿਉਂ ਹੀ ਸੂਤ ਕੇ ਮਾਰੀ, ਪਹਿਲੇ ਵਾਰ ਨਾਲ ਸ਼ੇਰ ਦੂਰ ਜਾ ਪਿਆ। ਆਪਣੇ ਪ੍ਰੀਤਮ ਦੀ ਇਹ ਗਤੀ ਦੇਖ ਕੇ ਸ਼ੇਰਨੀ ਗੁੱਸਾ ਖਾ ਕੇ ਅੱਗੇ ਵਧੀ, ਪਰ ਉਸ ਨੂੰ ਵੀ ਮੈਂ ਇੱਕੋ ਵਾਰ ਨਾਲ ਥਾਂ ਰੱਖਿਆ। ਬਸ ਘੜੀਆਂ ਪਲਾਂ ਵਿੱਚ ਹੀ 2 ਲਾਸ਼ਾਂ ਇੱਕ ਦੂਜੇ ਤੇ ਡਿੱਗੀਆਂ ਮੇਰੇ ਸਾਹਮਣੇ ਤੜਪ ਰਹੀਆਂ ਸਨ। ਮੈਂ ਦੇਖਿਆ ਕਿ ਜਦੋਂ ਗੱਪਵਾਜ ਪੇਂਡੂਆਂ ਦੀ ਮਹਿਫਿਲ ਵਿੱਚ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰ ਰਿਹਾ ਸੀ ਤਾਂ ਸੁਣਨ ਵਾਲੇ ਆਸ਼-ਆਸ਼ ਕਰ ਰਹੇ ਸਨ। ਉਸ ਸਮੇਂ ਗੱਪੀ ਮਹਾਰਾਜ ਦੀਆਂ ਅੱਖਾਂ ਚਮਕ ਰਹੀਆਂ ਸਨ। ਉਸ ਨੇ ਆਪਣੀ ਕਥਾ ਜਾਰੀ ਰੱਖੀ। ਸ਼ੇਰ ਤੇ ਸ਼ੇਰਨੀ ਦੋਹਾਂ ਨੂੰ ਉੱਥੇ ਹੀ ਛੱਡ ਕੇ ਮੈਂ ਅੱਗੇ ਤੁਰ ਪਿਆ। ਰਾਹ ਵਿੱਚ ਮੈਂ ਇੱਕ ਅਜੀਬ ਜਿਹਾ ਜੰਗਲੀ ਜਾਨਵਰ ਦੇਖਿਆ। ਬਾਈ ਕੀ ਦੱਸਾਂ, ਉਹ ਕਿੰਨਾ ਉੱਚਾ ਸੀ। ਉਸ ਦਾ ਸਿਰ ਅਸਮਾਨ ਨੂੰ ਛੂੰਹਦਾ ਸੀ ਤੇ ਪੈਰ ਧਰਤੀ ਤੇ ਸਨ। ਮੈਂ ਗੱਪੀ ਦੇ ਪਿੱਛੇ ਬੈਠਾ ਸਾਂ ਤੇ ਉਸ ਦਾ ਚੰਗੀ ਤਰ੍ਹਾਂ ਵਾਕਫ ਸਾਂ। ਉਸ ਦੀ ਪਿੱਠ ਤੇ ਮੈਂ ਆਪਣਾ ਹੱਥ ਫੇਰਿਆ, ਜਿਸ ਦਾ ਭਾਵ ਸੀ ਕਿ ਇੰਨੀ ਵੱਡੀ ਗੱਪ ਹੱਕਣੀ ਠੀਕ ਨਹੀਂ। ਉਹ ਮੇਰਾ ਇਸ਼ਾਰਾ ਸਮਝ ਗਿਆ ਤੇ ਆਪਣੇ ਬਿਆਨ ਨੂੰ ਦਰੁਸਤ ਕਰਦਿਆਂ ਹੋਇਆ ਬੋਲਿਆ, ਹਾਂ ਸੱਚੀ, ਉਸ ਦੇ ਪੈਰ ਤਾਂ ਧਰਤੀ ਤੇ ਸਨ, ਪਰ ਸਿਰ ਉਸ ਦਾ ਅੱਧ ਅਸਮਾਨ ਤੇ ਜਾ ਪਹੁੰਚਦਾ ਸੀ। ਮੈਂ ਫੇਰ ਇਸ਼ਾਰਾ ਕੀਤਾ ਤਾਂ ਉਹ ਬੋਲਿਆ, ਹਾਂ ਬਾਈ, ਪੈਰ ਤਾਂ ਉਸ ਦੀ ਧਰਤੀ ਤੇ ਲੱਗਦੇ ਸਨ, ਪਰ ਸਿਰ ਉਸ ਦਾ ਚੌਥਾਈ ਅਸਮਾਨ ਤੱਕ ਪਹੁੰਚਦਾ ਸੀ। ਮੈਂ ਫਿਰ ਉਸ ਦਾ ਪੈਰ ਦਬਾਇਆ ਤਾਂ ਉਹ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗਿਆ, ਰਮਤਿਆ, ਹੁਣ ਦੱਸ, ਇਸ ਤੋਂ ਘੱਟ ਮੈਂ ਵੀ ਕੀ ਉਸ ਦਾ ਕੱਦ ਬਿਆਨ ਕਰਾਂ, ਤੂੰ ਤਾਂ ਮੈਨੂੰ ਖਾ ਹੀ ਲੱਥਾ ਏਂ। ਮੈਂ ਉਸ ਅੱਗੇ ਸਿਰ ਨਿਵਾ ਕੇ ਉੱਥੋਂ ਤੁਰ ਆਇਆ ਤਾਂ ਪਤਾ ਲੱਗਾ ਕਿ ਮੇਰੇ ਪਿੱਛੋਂ ਬੋੜ ਮੁੱਢ ਬੈਠੇ ਇੱਕ ਆਦਮੀ ਨੂੰ ਇੱਕ ਸੱਪ ਦਾ ਬੱਚਾ ਨਜ਼ਰ ਆਇਆ। ਉਸਨੇ ਸ਼ੋਰ ਮਚਾਇਆ ਤਾਂ ਸਾਰੇ ਇਕੱਠੇ ਹੋ ਗਏ ਤੇ ਘੜੀਆਂ ਪਲਾਂ ਵਿੱਚ ਹੀ ਸੱਪ ਨੂੰ ਮਾਰ ਕੇ ਬਿੱਲੇ ਲਾ ਦਿੱਤਾ। ਪਿੱਛੇ ਲੋਕਾਂ ਵੇਖਿਆ ਕਿ ਸ਼ੇਰਾਂ ਦੇ ਸ਼ਿਕਾਰੀ ਗੱਪਵਾਜ ਦਾ ਸੱਪ ਦਾ ਨਾਂ ਸੁਣ ਕੇ ਹੀ ਲਹੂ ਸੁੱਕ ਗਿਆ ਸੀ ਤੇ ਉਹ ਉਸੇ ਵੇਲੇ ਚੰਪਤ ਹੋ ਗਿਆ ਸੀ। ਇਹ ਸ਼੍ਰੇਣੀ ਦੂਰ ਦੂਰ ਤੱਕ ਫੈਲੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇਹਨਾਂ ਦਾ ਵੱਡਾ ਵਡੇਰਾ ਭੌਂਦੂ ਮੱਲ ਸੀ। ਭੌਂਦੂ ਬੜਾ ਭਾਰੀ ਗੱਪੀ ਸੀ। ਉਸ ਦੇ 2 ਪੁੱਤਰ ਸਨ, ਨਿਹਾਲਾ ਤੇ ਗੋਪਾਲਾ। ਇਹ ਦੋਵੇਂ ਪਿਓ ਦੇ ਵੀ ਕੰਨ ਕੁਤਰਦੇ ਸਨ। ਇੱਕ ਵਾਰੀ ਭਰੀ ਮਹਿਫਲ ਵਿੱਚ ਇਹ ਦੋਵੇਂ ਗੱਪਾਂ ਮਾਰ ਰਹੇ ਸਨ। ਨਿਹਾਲਾ ਕਹਿ ਰਿਹਾ ਸੀ, ਸਾਡੇ ਬਾਪੂ ਕੋਲ ਕਈ ਹਜ਼ਾਰ ਮੱਝਾਂ ਸਨ। ਉਹ ਮੱਝਾਂ ਨੂੰ ਸਵੇਰ ਤੋਂ ਸ਼ਾਮ ਤੀਕ ਇੱਕ ਵੱਡੇ ਸਾਰੇ ਤਲਾਬ ਵਿੱਚ ਚੋਂਦਾ ਰਹਿੰਦਾ ਸੀ ਤੇ ਲੋਕੀ ਬਾਲਟੀਆਂ ਭਰ ਭਰ ਸਾਰਾ ਦਿਨ ਦੁੱਧ ਆਪਣੇ ਘਰ ਹੀ ਲਿਜਾਂਦੇ ਰਹਿੰਦੇ। ਫਿਰ ਵੀ ਤਲਾਬ ਹਰ ਵਕਤ ਭਰਿਆ ਹੀ ਰਹਿੰਦਾ ਸੀ। ਸਾਡੇ ਬਾਪੂ ਨੇ ਇੱਕ ਵੱਡੀ ਸਾਰੀ ਖੁਰਲੀ ਬਣਾਈ ਹੋਈ ਸੀ। ਉਹ ਦਿੱਲੀ ਤੋਂ ਲੈ ਕੇ ਵਾਸ਼ਿੰਗਟਨ DC ਭਾਵ ਅਮਰੀਕਾ ਤੱਕ ਲੰਬੀ ਸੀ। ਉਸ ਅੱਗੇ ਮੱਝਾਂ ਬੰਨ੍ਹੀਆਂ ਰਹਿੰਦੀਆਂ ਸਨ ਤੇ ਉਹ ਆਪਣਾ ਚਾਰਾ ਖਾਂਦੀਆਂ ਰਹਿੰਦੀਆਂ ਸਨ। ਗੋਪਾਲਾ ਬੋਲਿਆ, ਬੱਸ ਕਰ ਓਏ ਗੱਪੀਆ, ਤੇਰੇ ਬਾਪੂ ਦਾ ਸਾਡੇ ਬਾਪੂ ਨਾਲ ਕੀ ਟਾਕਰਾ। ਸਾਡੇ ਬਾਪੂ ਕੋਲ ਧਰਤੀ ਤੋਂ ਆਕਾਸ਼ ਤੀਕ ਲੰਮਾ ਨੇਜਾ ਸੀ। ਜਦੋਂ ਕਦੀ ਦੇਸ਼ ਵਿੱਚ ਵਾਰਿਸ਼ ਦੀ ਲੋੜ ਭਾਸ਼ਦੀ, ਲੋਕੀ ਬਾਪੂ ਦੇ ਚਰਨੀ ਆ ਡਿੱਗਦੇ ਤੇ ਬਾਪੂ ਉਹਨਾਂ ਤੇ ਤਰਸ ਖਾ ਕੇ ਆਪਣਾ ਨੇਜਾ ਅਸਮਾਨ ਦੇ ਬੱਦਲਾਂ ਵਿੱਚ ਖਵੋ ਦਿੰਦਾ। ਬਸ ਫਿਰ ਕੀ ਹੁੰਦਾ, ਛਿਣਾਂ ਪਲਾਂ ਵਿੱਚ ਹੀ ਵਰਖਾ ਹੋ ਜਾਂਦੀ ਤੇ ਸੁੱਕੇ ਖੇਤ ਹਰੇ ਭਰੇ ਹੋ ਜਾਂਦੇ। ਵਿੱਚੋਂ ਨਿਹਾਲਾ ਟੋਕਦਾ, ਬੱਸ ਕਰ ਓਏ ਜੱਬਲਾ, ਜੇ ਇੰਨਾ ਵੱਡਾ ਤੇਰੇ ਪਿਓ ਕੋਲ ਨੇਜਾ ਸੀ ਤਾਂ ਉਹਨੂੰ ਰੱਖਦਾ ਕਿੱਥੇ ਸੀ। ਗੋਪਾਲਾ ਅੱਗੋਂ ਤੁਰੰਤ ਉੱਤਰ ਦਿੰਦਾ, ਤੇਰੇ ਪਿਓ ਦੀ ਖੁਰਲੀ ਵਿੱਚ। ਤੇ ਬਸ ਸੁਣਨ ਵਾਲਿਆਂ ਨੂੰ ਦੋਹਾਂ ਦੀਆਂ ਗੱਪਾਂ ਤੇ ਇੱਕਦਮ ਵਿਸ਼ਵਾਸ ਆ ਜਾਂਦਾ। ਲਾਲ ਕਿਲ੍ਹੇ ਦਿੱਲੀ ਬਾਰੇ ਉਹ ਦੋਵੇਂ ਇਉਂ ਹੀ ਬਿਆਨ ਕਰਦੇ। ਲਾਲ ਕਿਲ੍ਹਾ ਪਤਾ ਜੇ ਦਿੱਲੀ ਕਿਵੇਂ ਪਹੁੰਚਿਆ? ਅੱਜ ਤੋਂ 200 ਸਾਲ ਪਹਿਲਾਂ ਇਹ ਕਿਲ੍ਹਾ ਗੋਲ ਕੁੰਡੇ ਦੀਆਂ ਪਹਾੜੀਆਂ ਤੇ ਖੜਿਆ ਸੀ। ਸਾਡੇ ਪਿਤਾ ਭੌਂਦੂ ਤੇ ਚਾਚਾ ਲੱਛੂ ਰਾਮ, ਮਿਰਜ਼ੇ ਤੇ ਦੀਨੇ ਨੇ ਇਸ ਦੀਆਂ ਚਾਰੇ ਨੁੱਕਰਾਂ ਨਾਲ 4 ਹਾਥੀ ਕੱਸ ਕੇ ਬੰਨ੍ਹ ਦਿੱਤੇ। ਇਸ ਪਿੱਛੋਂ ਉਹਨਾਂ ਹਾਥੀਆਂ ਪੁਰ 4 ਪਾਸਿਆਂ ਸਾਡੇ ਪਿਤਾ ਜੀ ਤੇ ਚਾਚਿਆਂ ਨੇ ਹੱਲਾ ਬੋਲ ਦਿੱਤਾ। ਅੱਗੇ ਅੱਗੇ ਹਾਥੀ ਕਿਲੇ ਨੂੰ ਧਰੀਕੀ ਜਾ ਰਹੇ ਸਨ ਤੇ ਪਿੱਛੇ ਪਿੱਛੇ ਪੰਜੇ ਭਾਈ ਘੋੜਿਆਂ ਤੇ ਚੜ੍ਹੇ ਹੱਲਾ ਕਰ ਰਹੇ ਸਨ। ਬਸ ਉਹਨਾਂ ਹਾਥੀਆਂ ਨੇ ਜਮਨਾ ਕਿਨਾਰੇ ਕਿਲਾ ਆਣ ਟਿਕਾਇਆ ਤੇ ਆਪ ਅੱਲਾ ਨੂੰ ਪਿਆਰੇ ਹੋ ਗਏ। 5 ਭਾਈਆਂ ਨੇ ਹਾਥੀ ਦੇ ਰੱਸੇ ਖੋਲ੍ਹ ਕੇ ਉਹਨਾਂ ਨੂੰ ਧਰੀਕ ਕੇ ਜਮਨਾ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਇਹ ਕਿਲਾ ਮੁਗਲਾਂ ਦੇ ਹਵਾਲੇ ਕੀਤਾ। ਦੋਵੇਂ ਗੱਪਬਾਜ਼ ਉੱਪਰ ਦਾ ਕਾਰਨਾਮਾ ਖਤਮ ਕਰਦੇ ਤਾਂ ਸਰੋਤਾਗਣ ਵਾਹ ਵਾਹ ਕਰ ਉੱਠਦੇ।
ਕਿਹਾ ਜਾਂਦਾ ਹੈ ਕਿ ਅੱਜ ਦੇ ਗੱਪੀ ਭੌਂਦੂ ਦੀ ਹੀ ਔਲਾਦ ਹਨ। ਇਹਨਾਂ ਲੋਕਾਂ ਵਿੱਚ ਬੜਾ ਭਾਰੀ ਇਤਫਾਕ ਹੈ ਤੇ ਵਕਤ ਕੁ ਵਕਤ ਇਹ ਆਪਣੇ ਭਾਈਬੰਦਾਂ ਦੀ ਬੜੀ ਮਦਦ ਕਰਦੇ ਹਨ। ਵਿਆਹ ਸ਼ਾਦੀਆਂ ਔਰ ਮਰਨੇ ਪਰਨਿਆਂ ਤੇ ਇਹਨਾਂ ਦਾ ਆਮ ਮੇਲ ਹੁੰਦਾ ਹੈ ਤੇ ਇਹਨਾਂ ਮਹਾਨ ਸਮਾਗਮਾਂ ਤੇ ਉਹ ਆਪਣੀ ਸਿਆਣਪ ਦੇ ਕ੍ਰਿਸ਼ਮੇ ਵਿਖਾਉਂਦੇ ਹਨ। ਵਿਆਹ ਸ਼ਾਦੀਆਂ ਤੇ ਵੀ ਇਹ ਭੌਂਦੂ ਦੀ ਔਲਾਦ ਬੜੀਆਂ ਡੀਂਗਾਂ ਮਾਰਦੀ ਹੈ। ਕੋਈ ਪੁਰਾਣਾ ਮੁੱਢ ਗੱਪੀ ਕਹੇਗਾ, ਸਾਡੇ ਵਕਤਾਂ ਦੀ ਕੀ ਪੁੱਛਦੇ ਹੋ ਪਾਤਸ਼ਾਹੋ, ਉਹ ਵੀ ਕੋਈ ਵੇਲੇ ਸਨ। ਸਾਡੇ ਚਾਚੇ ਤੇ ਮਾਮੇ ਦੇ ਸਾਲੇ ਦੀ ਸ਼ਾਦੀ ਸੀ। ਸਾਡੇ ਚਾਚੇ ਦੇ ਮਾਮੇ ਦੇ ਸਾਲੇ ਦੀ ਸ਼ਾਦੀ ਸੀ। ਉਸ ਬਰਾਤ ਵਿੱਚ ਸ਼ਾਮਲ ਹੋਣ ਲਈ ਮਹਾਰਾਜਾ ਸਾਹਿਬ ਕੋਟਗੜ੍ਹ ਆਪ ਹਾਥੀ ਤੇ ਚੜ੍ਹ ਕੇ ਆਏ ਸਨ ਤੇ ਵਾਇਸਰਾਏ ਨੇ ਆਪਣੇ ਲਾਟ ਨੂੰ ਭੇਜਿਆ ਸੀ। ਬਰਾਤ ਕੀ ਸੀ? ਇਹ ਠਾਠਾਂ ਮਾਰਦਾ ਸਮੁੰਦਰ ਸੀ। ਮਹਾਰਾਜਾ ਸਾਹਿਬ ਨੇ 500 ਫੌਜੀ ਜਵਾਨ ਜਰਕ ਵਰਕ ਵਰਦੀਆਂ ਪਹਿਨੀ ਬਰਾਤ ਦੀ ਸ਼ਾਨ ਨੂੰ ਚਾਰ ਚੰਦ ਲਾ ਰਹੇ ਸਨ। 1000 ਤਾਂ ਨਿਰੇ ਘੋੜੇ ਹੀ ਸਨ ਜੋ ਹਿਣ-ਹਿਣ ਕਰਦੇ ਬਰਾਤ ਦੇ ਦੋਹੀਂ ਪਾਸੀ ਮਾਰਚ ਕਰ ਰਹੇ ਸਨ। ਉਧਰ ਗੱਪੀ ਮਹਾਰਾਜ ਦੀ ਧਰਮ ਪਤਨੀ ਆਪਣਾ ਭਾਸ਼ਣ ਅਲਾਪ ਰਹੀ ਹੁੰਦੀ। ਸਾਡਾ ਵੀ ਵਿਆਹ ਕੋਈ ਵਿਆਹ ਸੀ। ਮੇਰੇ ਮਾਪਿਆਂ ਨੇ 500 ਤੋਲਾ ਸੋਨਾ ਤੇ 10 ਮੱਝਾਂ ਦਾਜ ਨਾਲ ਦਿੱਤੀਆਂ। ਦੁੱਧ ਦੀਆਂ ਤਾਂ ਸਾਡੇ ਘਰ ਨਦੀਆਂ ਵਹਿੰਦੀਆਂ ਸਨ। ਭੈਣ ਨਦੀਆਂ, ਸਾਰਾ ਪਿੰਡ ਮੁਫਤ ਦੁੱਧ ਲੱਸੀ ਲੈ ਕੇ ਜਾਂਦਾ ਸੀ। ਅਨਾਜ ਤਾਂ ਘਰ ਵਿੱਚ ਕੋਠੇ ਭਰੇ ਰਹਿੰਦੇ ਸਨ। ਬਸ ਜੋ ਸੁੱਖ ਪਾਇਆ ਉਹ ਆਪਣੇ ਬਾਵਲ ਦੇ ਘਰ ਪਾਇਆ। ਜਦ ਦੀ ਮੈਂ ਇੱਥੇ ਆਈ ਬਸ ਭੁੱਖਿਆਂ ਨੰਗਿਆਂ ਦੇ ਪੱਲੇ ਬੰਨ੍ਹ ਦਿੱਤੀ ਗਈ। ਨਾ ਚੱਜ ਦਾ ਖਾਣਾ, ਨਾ ਪੀਣਾ, ਨਾ ਮਰਨਾ, ਨਾ ਜੀਣਾ। ਘਰ ਦੇ ਕੰਮ ਕਰਦਿਆਂ ਤੇ ਬੁਹਾਰੀ ਬੌਕਰ ਫੇਰਦਿਆਂ ਮਰ ਜਾਈਦਾ ਹੈ। ਪੇਕੇ ਘਰ ਤਾਂ ਨੌਕਰ ਨੌਕਰਾਣੀਆਂ ਕੰਮ ਨੂੰ ਹੱਥ ਨਹੀਂ ਸਨ ਲਾਉਣ ਦਿੰਦੇ। ਸ਼੍ਰੀਮਤੀ ਦਾ ਭਾਸ਼ਣ ਹਰੇ ਜਾਰੀ ਹੀ ਹੁੰਦਾ ਕਿ ਪਾਸ ਬੈਠੀ ਉਸਦੀ ਗੁਆਂਢਣ ਸੰਤੀ ਆਪਣੇ ਨਾਲ ਬੈਠੀ ਬਸੰਤੀ ਨੂੰ ਕਹਿੰਦੀ ਹੈ, ਸੱਚ ਕਹਿੰਦੀ ਹੈ ਵਿਚਾਰੀ, ਪਿਓ ਦੇ ਘਰ ਇਸ ਨੂੰ ਖਾਣ ਨੂੰ ਨਹੀਂ ਸੀ ਮਿਲਦਾ। ਇਹ ਟੱਬਰ ਗੁਆਂਢੀਆਂ ਤੋਂ ਲੱਸੀ ਮੰਗ ਕੇ ਗੁਜ਼ਾਰਾ ਕਰਦਾ ਸੀ। ਪਰ ਸਹੁਰਿਆਂ ਦੇ ਵੜਦਿਆਂ ਹੀ ਬਾਵਲ ਦੇ ਵਿਹੜੇ ਬੰਨੀਆਂ ਮੱਝਾਂ ਦੀ ਯਾਦ ਆ ਗਈ ਸੀ। ਅੱਲਾ ਬਚਾਵੇ ਇਸ ਕੌਮ ਤੋਂ। ਜਿੰਨਾ ਇਹਨਾਂ ਤੋਂ ਬਚਿਆ ਜਾਵੇ ਓਨਾ ਹੀ ਥੋੜ੍ਹਾ। ਪਰ ਇਹ ਸਿਰਫ ਰਮਤੇ ਦੀ ਰਾਏ ਹੈ। ਫੁੰਮਣ ਸਿੰਘ ਦਾ ਤਾਂ ਖਿਆਲ ਹੈ ਕਿ ਇਹਨਾਂ ਲੋਕਾਂ ਨੂੰ ਸਦਾ ਆਪਣੇ ਸੱਜੇ ਖੱਬੇ ਮੰਡਲਾਉਂਦੇ ਰਹਿਣ ਦਿਓ। ਇਹ ਬੰਦੇ ਦਾ ਦਿਲ ਪਰਚਾਈ ਰੱਖਦੇ ਹਨ ਤੇ ਚਿੰਤਾ, ਗਮ ਤੇ ਨਿਰਾਸ਼ਤਾ ਉਸ ਦੇ ਨੇੜੇ ਨਹੀਂ ਢੁੱਕਣ ਦਿੰਦੇ। ਸੋ ਇਹ ਲੇਖ ਸੀਗਾ ਜੀ ਪਿਆਰਾ ਸਿੰਘ ਦਾਤਾ ਦਾ ਲਿਖਿਆ ਹੋਇਆ ਗੱਪਵਾਜ। ਇਸ ਲੇਖ ਵਿੱਚ ਲੇਖਕ ਨੇ ਸਾਡੇ ਸਮਾਜ ਵਿੱਚ ਵਿਚਰਦੀ ਗੱਪਵਾਜ ਦੀ ਕੌਮ ਤੇ ਚਾਨਣਾ ਪਾਇਆ ਹੈ। ਇਹ ਤਬਕਾ ਹਰ ਗਲੀ ਮੁਹੱਲੇ, ਪਿੰਡ, ਸ਼ਹਿਰ ਤੇ ਸਭਾ ਸੁਸਾਇਟੀਆਂ ਵਿੱਚ ਮੌਜੂਦ ਰਹਿੰਦਾ ਹੈ। ਹਰ ਮਹਿਫਿਲ ਵਿੱਚ ਇਹਨਾਂ ਦੀ ਵੱਖਰੀ ਸ਼ਾਨ ਮੌਜੂਦ ਰਹਿੰਦੀ ਹੈ। ਅੱਜ ਦੇ ਸਮੇਂ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਸ ਨੇ ਗੱਪਵਾਜ ਦੇ ਦਰਸ਼ਨ ਨਾ ਕੀਤੇ ਹੋਣ। ਗੱਪਵਾਜ ਦੀ ਖੂਬੀ ਇਹ ਹੈ ਕਿ ਉਹ ਗੱਪਾਂ ਡੀਂਗਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਾਰਦਾ ਹੈ, ਪਰ ਸੱਚਾਈ ਨਾਲ ਰੂਬਰੂ ਹੁੰਦੇ ਹੀ ਉਸ ਦਾ ਖੂਨ ਸੁੱਕ ਜਾਂਦਾ ਹੈ। ਇਹਨਾਂ ਦੇ ਕਾਰਨਾਮੇ ਸੁਣਦੇ ਸਰੋਤੇ ਵਾਹ ਵਾਹ ਕਰ ਉੱਠਦੇ ਹਨ। ਵਿਆਹ ਸ਼ਾਦੀ ਹੋਵੇ ਜਾਂ ਸੋਗ ਦਾ ਮੌਕਾ ਹੋਵੇ, ਇਹ ਗੱਪਵਾਜ ਹਰ ਥਾਂ ਆਪਣੀ ਸਿਆਣਪ ਦੇ ਕ੍ਰਿਸ਼ਮੇ ਦਿਖਾਉਂਦੇ ਨਜ਼ਰ ਆਉਂਦੇ ਹਨ। ਇਹਨਾਂ ਗੱਪਵਾਜਾਂ ਦੀ ਖਾਸੀਅਤ ਇਹ ਹੈ ਕਿ ਇਹ ਬੰਦੇ ਦਾ ਦਿਲ ਪਰਚਾਈ ਰੱਖਦੇ ਹਨ ਤੇ ਨਿਰਾਸ਼ਤਾ ਨੂੰ ਨੇੜੇ ਨਹੀਂ ਢੁੱਕਣ ਦਿੰਦੇ। ਲੇਖ ਗੱਪਵਾਜ ਜੋ ਕਿ ਪਿਆਰਾ ਸਿੰਘ ਦਾਤਾ ਦਾ ਲਿਖਿਆ ਹੋਇਆ ਹੈ, ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ। ਪ੍ਰਸ਼ਨ ਹੈ, ਗੱਪਵਾਜ ਕਿੰਨਾਂ ਥਾਵਾਂ ਤੇ ਮੌਜੂਦ ਹੁੰਦਾ ਹੈ? ਇਸ ਦਾ ਉੱਤਰ ਹੈ ਜੀ, ਗੱਪਵਾਜ ਹਰ ਥਾਂ ਸਾਡੇ ਅੱਗੇ ਪਿੱਛੇ ਮੰਡਰਾਉਂਦਾ ਰਹਿੰਦਾ ਹੈ। ਇਹ ਗਲੀ ਮੁਹੱਲੇ, ਪਿੰਡ, ਸ਼ਹਿਰ, ਮਸਜਿਦ, ਮੰਦਰ ਤੇ ਸਭਾ ਸੁਸਾਇਟੀਆਂ ਵਿੱਚ ਹਰ ਥਾਂ ਮੌਜੂਦ ਹੁੰਦਾ ਹੈ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੱਪਵਾਜ ਦਾ ਚਰਿੱਤਰ ਉਜਾਗਰ ਕਰੋ। ਇਸ ਦਾ ਉੱਤਰ ਹੈ, ਗੱਪਵਾਜ ਸਭ ਤੋਂ ਵੱਡਾ ਗੱਲਾਂ ਮਾਰਨ ਵਾਲਾ ਹੁੰਦਾ ਹੈ। ਇਹ ਜਿਹਾ ਇਨਸਾਨ ਆਮ ਤੌਰ 'ਤੇ ਡਰਪੋਕ, ਬੇਕਾਰ, ਆਪਣੀ ਹੈਸੀਅਤ ਨੂੰ ਵਧਾ ਚੜ੍ਹਾ ਕੇ ਦੱਸਣ ਵਾਲਾ ਹੁੰਦਾ ਹੈ। ਉਹ ਸ਼ਿਕਾਰਾਂ ਦੀ ਗੱਲ ਤਾਂ ਕਰਦਾ ਹੈ ਪਰ ਸੱਪ ਦੇ ਬੱਚੇ ਨੂੰ ਦੇਖ ਕੇ ਦੌੜ ਜਾਂਦਾ ਹੈ। ਪਰ ਇਹੋ ਜਿਹੇ ਲੋਕਾਂ ਦਾ ਫਾਇਦਾ ਇਹ ਹੈ ਕਿ ਇਸੇ ਤਰ੍ਹਾਂ ਦੇ ਲੋਕ ਲੋਕਾਂ ਦਾ ਮਨ ਪਰਚਾ ਕਰਦੇ ਹਨ, ਮਨੋਰੰਜਨ ਕਰਦੇ ਹਨ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੱਪਵਾਜ ਦੀਆਂ ਗੱਪਾਂ ਦਾ ਸ਼ਿਕਾਰ ਸਮਾਜ ਦਾ ਕਿਹੜਾ ਵਰਗ ਬਣਦਾ ਹੈ?
ਤਾਂ ਗੱਪਵਾਜ ਦੀਆਂ ਗੱਲਾਂ ਦਾ ਸ਼ਿਕਾਰ ਆਮ ਤੌਰ 'ਤੇ ਅਨਪੜ੍ਹ ਕਿਸਾਨ ਤੇ ਪੇਂਡੂ ਵਰਗ ਬਣਦਾ ਹੈ। ਪ੍ਰਸ਼ਨ ਹੈ, ਗੱਪਵਾਜ ਦੀ ਸਮਾਜ ਵਿੱਚ ਕੀ ਥਾਂ ਹੈ? ਇਸ ਦਾ ਉੱਤਰ ਹੈ ਜੀ, ਗੱਪਵਾਜ ਦੀ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ। ਜਦੋਂ ਇਹਨਾਂ ਦੀ ਅਸਲੀਅਤ ਖੁੱਲ੍ਹ ਜਾਂਦੀ ਹੈ ਤਾਂ ਲੋਕੀ ਇਹਨਾਂ ਕੋਲ ਬੈਠਣਾ ਪਸੰਦ ਨਹੀਂ ਕਰਦੇ। ਗੱਪਵਾਜ ਲੋਕਾਂ ਦਾ ਮਨੋਰੰਜਨ ਜ਼ਰੂਰ ਕਰਦੇ ਹਨ, ਪਰ ਲੋਕ ਗੱਪਵਾਜਾਂ 'ਤੇ ਵਿਸ਼ਵਾਸ ਨਹੀਂ ਕਰਦੇ। ਪ੍ਰਸ਼ਨ, ਗੱਪਵਾਜ ਨੇ ਇਸ ਲੇਖ ਵਿੱਚ ਕਿਹੜੇ ਜੰਗਲੀ ਜਾਨਵਰ ਨਾਲ ਲੜਨ ਦੀ ਗੱਪ ਮਾਰੀ ਤੇ ਉਸਨੇ ਕਿਹੜੀ ਕਹਾਣੀ ਘੜੀ? ਇਸ ਲੇਖ ਵਿੱਚ ਗੱਪਵਾਜ ਨੇ ਸ਼ੇਰ ਤੇ ਸ਼ੇਰਨੀ ਨਾਲ ਲੜਨ ਦੀ ਗੱਪ ਮਾਰੀ। ਉਸਨੇ ਦੱਸਿਆ ਕਿ ਉਹ ਜੰਗਲਾਂ ਵਿੱਚ ਪਹਾੜ ਦੀ ਚੋਟੀ ਤੇ ਬੈਠਾ ਸੀ ਤੇ ਉਸਨੂੰ ਸ਼ੇਰ ਤੇ ਸ਼ੇਰਨੀ ਦਾ ਜੋੜਾ ਦਿਖਾਈ ਦਿੱਤਾ। ਦੋਹਾਂ ਨੇ ਉਸ ਤੇ ਹਮਲਾ ਕੀਤਾ। ਉਸਨੇ ਆਪਣੀ ਗੱਜ ਲੰਮੀ ਡਾਂਗ ਇਸ ਤਰ੍ਹਾਂ ਮਾਰੀ ਕਿ ਪਹਿਲੇ ਵਾਰ ਵਿੱਚ ਸ਼ੇਰ ਮਰ ਗਿਆ ਤੇ ਸ਼ੇਰਨੀ ਨੂੰ ਉਸਨੇ ਦੂਜੇ ਵਾਰ ਵਿੱਚ ਮਾਰ ਮੁਕਾ ਦਿੱਤਾ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੱਪਵਾਜ ਦੀ ਪਤਨੀ ਆਪਣੇ ਵਿਆਹ ਬਾਰੇ ਕੀ ਦੱਸਦੀ ਹੈ? ਇਸ ਦਾ ਉੱਤਰ ਹੈ ਜੀ, ਗੱਪਵਾਜ ਦੀ ਪਤਨੀ ਦੱਸਦੀ ਹੈ ਕਿ ਉਸਦੇ ਵਿਆਹ ਵਿੱਚ ਉਸਦੇ ਮਾਪਿਆਂ ਨੇ 10 ਮੱਝਾਂ ਤੇ 500 ਤੋਲਾ ਸੋਨਾ ਦਾਜ ਵਿੱਚ ਦਿੱਤਾ। ਉਸਦੇ ਘਰ ਤਾਂ ਕੋਠੇ ਦਾਣਿਆਂ ਨਾਲ ਭਰੇ ਰਹਿੰਦੇ ਸਨ, ਪਰ ਉਸਦਾ ਵਿਆਹ ਭੁੱਖੇ ਨੰਗੇ ਲੋਕਾਂ ਨਾਲ ਹੋਇਆ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੱਪ ਮਾਰਨੀ ਚੰਗੀ ਗੱਲ ਹੈ ਜਾਂ ਮਾੜੀ? ਇਸ ਦੇ ਪੱਖ ਜਾਂ ਵਿਰੋਧ ਵਿੱਚ ਆਪਣੇ ਵਿਚਾਰ ਦੱਸੋ। ਗੱਪ ਝੂਠ ਨੂੰ ਵਧਾਉਂਦਾ ਹੈ, ਇਸ ਲਈ ਗੱਪ ਮਾਰਨੀ ਚੰਗੀ ਗੱਲ ਨਹੀਂ ਹੈ। ਇਹ ਜਿਹੇ ਲੋਕਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਭਾਵ ਗੱਪੀ ਲੋਕਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ ਅਤੇ ਇਹਨਾਂ ਨੂੰ ਬਹੁਤ ਘੱਟ ਲੋਕ ਪਸੰਦ ਕਰਦੇ ਹਨ। ਸਾਰੇ ਲੋਕ ਇਹਨਾਂ ਗੱਪਵਾਜਾਂ ਤੋਂ ਬਚ ਕੇ ਰਹਿਣ ਦਾ ਯਤਨ ਕਰਦੇ ਹਨ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੱਪਵਾਜ ਲੇਖ ਕਿਸ ਦਾ ਲਿਖਿਆ ਹੋਇਆ ਹੈ? ਤਾਂ ਇਹ ਰਚਨਾ ਹੈ ਜਿਹੜੀ ਪਿਆਰਾ ਸਿੰਘ ਦਾਤਾ ਦੀ ਹੈ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੱਪਵਾਜ ਦੀ ਸਮਾਜ ਵਿੱਚ ਥਾਂ ਕਿਹੋ ਜਿਹੀ ਹੈ? ਇਸ ਦਾ ਉੱਤਰ ਹੈ ਜੀ, ਗੱਪਵਾਜ ਦੀ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ। ਲੋਕ ਸਿਰਫ ਮਨੋਰੰਜਨ ਲਈ ਇਹਨਾਂ ਦੀਆਂ ਗੱਲਾਂ ਸੁਣਦੇ ਹਨ, ਪਰ ਇਹਨਾਂ ਲੋਕਾਂ 'ਤੇ ਵਿਸ਼ਵਾਸ ਬਹੁਤ ਘੱਟ ਕਰਦੇ ਹਨ। ਪ੍ਰਸ਼ਨ, ਨਿਹਾਲੇ ਅਨੁਸਾਰ ਉਸਦਾ ਬਾਪੂ ਮੱਝਾਂ ਦਾ ਦੁੱਧ ਕਿੱਥੇ ਚੋਂਦਾ ਸੀ? ਤਾਂ ਇਸ ਦਾ ਉੱਤਰ ਹੈ ਜੀ, ਨਿਹਾਲੇ ਅਨੁਸਾਰ ਉਸਦਾ ਪਿਓ ਤਲਾਬ ਵਿੱਚ ਮੱਝਾਂ ਦਾ ਦੁੱਧ ਚੋਇਆ ਕਰਦਾ ਸੀ। ਗੱਪਵਾਜਾਂ ਦੇ ਕਾਰਨ ਕਿਹੜੀ ਚੀਜ਼ ਬੰਦੇ ਦੇ ਨੇੜੇ ਨਹੀਂ ਆਉਂਦੀ? ਤਾਂ ਲੇਖ ਅਨੁਸਾਰ ਜਿਹੜਾ ਬੰਦਾ ਇਹਨਾਂ ਗੱਪਵਾਜਾਂ ਦੀਆਂ ਗੱਪਾਂ ਸੁਣਦਾ ਹੈ ਤਾਂ ਉਸਦੇ ਕਾਰਨ ਲੋਕਾਂ ਦਾ ਮਨੋਰੰਜਨ ਹੁੰਦਾ ਹੈ ਤੇ ਚਿੰਤਾ, ਗਮ ਅਤੇ ਨਿਰਾਸ਼ਤਾ ਬੰਦੇ ਦੇ ਨੇੜੇ ਨਹੀਂ ਆਉਂਦੀ। ਪ੍ਰਸ਼ਨ ਹੈ, ਗੋਪਾਲ ਦੇ ਬਾਪੂ ਕੋਲ ਕਿੰਨਾ ਲੰਮਾ ਨੇਜਾ ਸੀ? ਤਾਂ ਇਸ ਦਾ ਉੱਤਰ ਹੈ ਜੀ, ਗੋਪਾਲ ਦੇ ਬਾਪੂ ਕੋਲ ਧਰਤੀ ਤੋਂ ਲੈ ਕੇ ਆਕਾਸ਼ ਤੱਕ ਲੰਮਾ ਨੇਜਾ ਸੀ। ਇਸ ਤੋਂ ਬਾਅਦ ਪ੍ਰਸ਼ਨ ਹੈ, ਗੋਪਾਲੇ ਦਾ ਬਾਪੂ ਨੇਜੇ ਦਾ ਕੀ ਕਰਦਾ ਸੀ? ਇਸ ਦਾ ਉੱਤਰ ਹੈ ਜੀ, ਲੇਖ ਅਨੁਸਾਰ ਜਦੋਂ ਬਾਰਿਸ਼ ਦੀ ਲੋੜ ਹੁੰਦੀ ਤਾਂ ਗੋਪਾਲ ਦਾ ਬਾਪੂ ਨੇਜੇ ਨੂੰ ਬੱਦਲਾਂ ਵਿੱਚ ਖੁਭੋ ਕੇ ਬਾਰਿਸ਼ ਕਰਵਾ ਦਿੰਦਾ। ਇਸੇ ਪਾਠ ਤੇ ਆਧਾਰਿਤ ਕੁਝ ਵਾਕ ਦਿੱਤੇ ਗਏ ਹਨ, ਉਹਨਾਂ ਦੇ ਸਹੀ ਜਾਂ ਗਲਤ ਹੋਣ ਬਾਰੇ ਅਸੀਂ ਦੱਸਣਾ ਹੈ। ਗੱਪਵਾਜ ਹਰ ਗੱਲ ਵਿੱਚ ਬਹੁਤ ਵੱਡੀਆਂ ਹਸਤੀਆਂ ਦਾ ਹਵਾਲਾ ਦਿੰਦਾ ਹੈ। ਇਹ ਵਾਕ ਠੀਕ ਹੈ। ਅਨਪੜ੍ਹ ਪੇਂਡੂ ਕਿਸਾਨ ਗੱਪਵਾਜ ਦੀਆਂ ਗੱਲਾਂ ਦਾ ਸ਼ਿਕਾਰ ਨਹੀਂ ਹੁੰਦੇ। ਇਹ ਵਾਕ ਗਲਤ ਹੈ। ਆਮ ਤੌਰ 'ਤੇ ਇਹੀ ਵਰਗ ਹੈ ਜਿਹੜਾ ਉਹ ਗੱਪਵਾਜ ਦੀਆਂ ਗੱਲਾਂ ਦਾ ਸ਼ਿਕਾਰ ਹੁੰਦਾ ਹੈ। ਗੱਪਵਾਜ ਸ਼ੇਰ ਤੇ ਸ਼ੇਰਨੀ ਦੇ ਕੋਲ ਹੀ ਬੈਠਾ ਰਹਿੰਦਾ ਹੈ। ਇਹ ਵਾਕ ਹੈ ਜਿਹੜਾ ਇਹ ਵੀ ਗਲਤ ਹੈ। ਗੋਪਾਲਾ ਕਹਿੰਦਾ ਹੈ ਕਿ ਉਸ ਦਾ ਬਾਪੂ ਬੱਦਲਾਂ ਵਿੱਚ ਨੇਜਾ ਮਾਰ ਕੇ ਵਰਖਾ ਕਰਵਾ ਦਿੰਦਾ ਸੀ। ਇਹ ਵਾਕ ਠੀਕ ਹੈ। ਗੱਪੀ ਮਹਾਰਾਜ ਦੀ ਪਤਨੀ ਆਪਣੇ ਘਰ ਦੁੱਧ ਦੀਆਂ ਨਦੀਆਂ ਵਗਣ ਦੀ ਗੱਪ ਮਾਰਦੀ ਹੈ। ਇਹ ਵਾਕ ਵੀ ਠੀਕ ਹੈ। ਇਸ ਤੋਂ ਬਾਅਦ ਜੋੜੇ ਬਣਾਉਣੇ ਹਨ। ਗੋਲਕੁੰਡਾ ਇੱਥੇ ਪਹਾੜੀਆਂ ਹਨ। ਨੇਜਾ ਗੱਪੀ ਅਨੁਸਾਰ ਉਸ ਦਾ ਪਿਓ ਨੇਜਾ ਮਾਰ ਕੇ ਬਾਰਿਸ਼ ਕਰਵਾ ਦਿੰਦਾ ਸੀ ਤਾਂ ਨੇਜੇ ਦਾ ਜੋੜਾ ਬਾਰਿਸ਼ ਨਾਲ ਬਣੇਗਾ। ਗੋਪਾਲਾ ਜੱਬਲੀਆਂ ਮਾਰਦਾ ਸੀ ਤੇ ਲਾਲ ਕਿਲਾ ਜਮਨਾ ਦੇ ਕਿਨਾਰੇ ਹੈ। ਇਸ ਤੋਂ ਬਾਅਦ ਸਮਾਸੀ ਸ਼ਬਦ ਬਣਾਉਣੇ ਹਨ। ਇੱਕ ਸ਼ਬਦ ਸਾਨੂੰ ਦਿੱਤਾ ਹੋਇਆ ਹੈ ਤਾਂ ਇਸ ਦੇ ਪਿੱਛੇ ਇੱਕ ਹੋਰ ਸ਼ਬਦ ਲਾ ਕੇ ਸਮਾਸੀ ਸ਼ਬਦ ਬਣਾਉਣੇ ਹਨ। ਪਿੰਡ ਦੇ ਪਿੱਛੇ ਪਿੰਡ ਲਾ ਦੇਂਗੇ ਤਾਂ ਪਿੰਡ ਪਿੰਡ। ਹਿਣ ਦੇ ਪਿੱਛੇ ਇੱਕ ਹੋਰ ਹਿਣ ਲਾਉਣ ਨਾਲ ਹਿਣ ਹਿਣ, ਘੋੜਾ ਹਿਣ ਹਿਣ ਕਰਦਾ। ਤੇ ਗੱਲ ਬਾਤ, ਦੂਰ ਦੁਰਾਡੇ। ਇਸ ਤੋਂ ਬਾਅਦ ਲਿੰਗ ਬਦਲਨੇ ਹਨ। ਸੇਠ ਸੇਠਾਣੀ, ਪਤੀ ਪਤਨੀ, ਹਾਥੀ ਹਥਨੀ।
ਖਾਲੀ ਥਾਵਾਂ ਭਰਨੀਆਂ ਹਨ। ਇਸੇ ਲੇਖ ਦੇ ਵਿੱਚੋਂ ਕੁਝ ਵਾਕ ਲਏ ਗਏ ਹਨ ਅਤੇ ਉਹਨਾਂ ਦੇ ਵਿੱਚ ਕੁਝ ਖਾਲੀ ਥਾਵਾਂ ਛੱਡ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਫਿਲ ਕਰਨਾ ਹੈ। ਲਾਲ ਕਿਲ੍ਹਾ ਡੈਸ਼ ਦੀ ਮਦਦ ਨਾਲ ਜਮੁਨਾ ਕਿਨਾਰੇ ਲਿਆਂਦਾ ਗਿਆ, ਤਾਂ ਇਸ ਵਿੱਚ ਆਏਗਾ ਜੀ ਹਾਥੀਆਂ ਦੀ ਮਦਦ ਨਾਲ। ਗੱਪਵਾਜ ਦੀਆਂ ਡੈਸ਼ ਸੁਣ ਕੇ ਪਿੰਡ ਵਾਲਿਆਂ ਦੀ ਮਹਿਫਿਲ ਅਸ਼ ਅਸ਼ ਕਰ ਉੱਠੀ, ਤਾਂ ਇਸ ਵਿੱਚ ਆਏਗਾ ਡੀਂਗਾ। ਅੱਜ ਦੇ ਗੱਪੀ ਨੂੰ ਡੈਸ਼ ਦੀ ਔਲਾਦ ਕਿਹਾ ਜਾਂਦਾ ਹੈ, ਤਾਂ ਇਸ ਵਿੱਚ ਆਏਗਾ ਭੋਂਦੂ। ਫੁੰਮਣ ਸਿੰਘ ਗੱਪੀਆਂ ਦੀ ਕੌਮ ਦਾ ਡੈਸ਼ ਪੂਰਦਾ ਹੈ, ਤਾਂ ਇਸ ਵਿੱਚ ਆਏਗਾ ਪੱਖ। ਫੁੰਮਣ ਸਿੰਘ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਆਸੇ-ਪਾਸੇ ਰੱਖਣਾ ਚਾਹੀਦਾ, ਜਿਸ ਨਾਲ ਸਾਡਾ ਮਨੋਰੰਜਨ ਹੁੰਦਾ ਹੈ ਅਤੇ ਸਾਡੇ ਤੋਂ ਦੁੱਖ ਗਮ ਹੈ ਜਿਹੜੇ ਉਹ ਦੂਰ ਰਹਿੰਦੇ ਹਨ। ਦਿੱਲੀ ਦੇ ਲਾਲ ਕਿਲ੍ਹੇ ਨੂੰ ਡੈਸ਼ ਡੈਸ਼ ਦੀਆਂ ਪਹਾੜੀਆਂ ਤੋਂ ਲਿਆਉਣ ਦੀ ਗੱਪ ਮਾਰੀ ਗਈ ਹੈ, ਤਾਂ ਇਸ ਵਿੱਚ ਆਏਗਾ ਗੋਲ ਕੁੰਡਾ। We listen to feedback and suggestions from our viewers to provide informative and entertaining videos on a wide variety of topics. Your feedback helps us grow and improve, so please leave comments and share our content with your friends. Like and share our videos to help us reach a larger audience. Don't forget to subscribe to Punjabi Whiteboard to stay up to date with our latest content.